Hello students, how are you? Are you fine? Good, very good. Dear students, today we will discuss how we should write effective task 2 for the IELTS. ਆਇਲਸ ਦੇ ਵਾਸਤੇ ਗੁੱਡ ਬੈਂਡ ਵਾਸਤੇ ਤੁਹਾਨੂੰ ਪਤਾ ਹੈ ਕਿ ਟਾਸਕ 2 ਜੋ ਹੈ ਐਸੇ ਰਾਈਟਿੰਗ that causes a lot of importance, and there are so many students who are unable to get 7 bands or even 6 bands in writing. ਮੇਰੇ ਕੋਲ ਬਹੁਤ ਸਾਰੇ ਸਟੂਡੈਂਟਸ ਐਸੇ ਆਉਂਦੇ ਰਹਿੰਦੇ ਨੇ ਜਿਹੜੇ ਕਿ ਦੱਸਦੇ ਨੇ ਕਿ ਸਾਡਾ ਸਰ 6 ਬੈਂਡ ਵੀ ਕਈ ਵਾਰੀ ਰਾਈਟਿੰਗ ਦੇ ਵਿੱਚੋਂ ਨਹੀਂ ਆਉਂਦੇ, ਈਵਨ ਕਈ ਦੋ ਵਾਰ ਵੀ ਟਰਾਈ ਕਰਦੇ ਨੇ, ਬਟ ਈਵਨ ਦੈਨ ਦੇ ਆਰ ਅਨਏਬਲ ਟੂ ਗੈਟ 6+ ਬੈਂਡਸ ਇਨ ਰਾਈਟਿੰਗ। ਤਾਂ ਰਾਈਟਿੰਗ ਦੇ ਵਾਸਤੇ ਇਹ ਹੈ ਕਿ ਜੋ ਐਸੇ ਰਾਈਟਿੰਗ ਹੈ ਮੀਨਿੰਗ ਟਾਸਕ 2 ਹੈ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਔਰ ਇਸ ਨੂੰ ਲਿਖਣ ਦੇ ਵਾਸਤੇ ਦੇयर ਸ਼ੁੱਡ ਬੀ ਅ ਬੈਲੈਂਸਡ ਅਪਰੋਚ ਫਰੋਮ ਦਾ ਪਾਰਟ ਆਫ ਦਾ ਐਸਪਾਇਰੈਂਟਸ, ਆਈਲੈਟਸ ਐਸਪਾਇਰੈਂਟਸ। ਉਹ ਬੈਲੈਂਸਡ ਅਪਰੋਚ ਕੀ ਹੈ ਕਿ ਸਟਾਰਟਿੰਗ ਦੇ ਵਿੱਚ ਜੋ ਇੰਟਰੋਡਕਸ਼ਨ ਹੈ ਉਸ ਨੂੰ ਬਹੁਤ ਹੀ ਇਫੈਕਟਿਵ ਵੇ ਦੇ ਨਾਲ ਪ੍ਰੈਜ਼ੈਂਟ ਕੀਤਾ ਜਾਵੇ। ਫਿਰ ਇੰਟਰੋਡਕਸ਼ਨ ਦੇ ਵਿੱਚ ਜਿਹੜੇ 2 ਪਾਰਟ ਨੇ, ਪਹਿਲਾਂ ਇੱਕ ਜਨਰਲ ਹੁੰਦਾ ਹੈ, ਫਿਰ ਥੀਸਿਸ ਲਿਖਣਾ ਹੁੰਦਾ ਹੈ, ਉਹ ਬੜੀ ਇਫੈਕਟਿਵ ਹੋਵੇ। ਫਿਰ ਜਦੋਂ ਅਸੀਂ ਪੈਰਾਗ੍ਰਾਫ 1 ਤੇ ਜਾਂਦੇ ਹਾਂ ਤੇ ਐਟ ਦੈਟ ਟਾਈਮ ਬੜੇ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਵੀ ਸ਼ੁੱਡ ਸਟਾਰਟ ਇਟ, and we should also take care of the connectors at the proper places, and after that the synonyms ਕਿ ਇੱਕ ਹੀ ਸ਼ਬਦ ਨੂੰ ਵਾਰ-ਵਾਰ ਜਦੋਂ ਲਿਖੋਗੇ ਨਾ ਤੇ ਉਹਦੇ ਨਾਲ that will cast a bad impression upon the examiner and negative impression upon the examiner, and you will not be able to get good bands। ਇਸ ਲਈ ਅਸੀਂ ਬਦਲ ਕੇ ਲਿਖਣਾ ਹੁੰਦਾ ਹੈ ਵਰਡਸ ਨੂੰ ਸੋ ਦੈਟ ਕਿ ਐਗਜ਼ਾਮੀਨਰ ਦੇ ਉੱਤੇ ਬਹੁਤ ਹੀ ਅੱਛਾ ਪ੍ਰਭਾਵ ਹੋਏ। ਤਾਂ ਲੈਟ ਅਸ ਸਟਾਰਟ ਦਾ ਵੀਡੀਓ, ਔਰ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਪ੍ਰਕਾਰ ਇੱਕ ਮਾਡਲ ਆਨਸਰ ਦੇ ਕੇ ਤੇ ਤੁਸੀਂ ਵੀ ਫੋਲੋ ਕਰ ਸਕਦੇ ਹੋ। ਔਰ ਅੱਜ ਦਾ ਜੋ ਸਾਡਾ ਟਾਸਕ 2 ਹੈ ਐਸੇ ਹੈ ਉਹ ਹੈ the migration of people from agricultural areas to big cities has caused many problems at both places। ਕਿ ਲੋਕ ਐਗਰੀਕਲਚਰ ਏਰੀਆਸ ਤੋਂ ਯਾਨੀ ਕਿ ਪੇਂਡੂ ਏਰੀਏ ਤੋਂ, ਪੇਂਡੂ ਖੇਤਰ ਤੋਂ ਵੱਡੇ ਸ਼ਹਿਰਾਂ ਵੱਲ ਨੂੰ ਜਾ ਰਹੇ ਨੇ। ਇਹ ਰੁਝਾਨ ਜੋ ਹੈ ਵੱਧਦਾ ਜਾ ਰਿਹਾ ਹੈ ਤੇ ਇਹਦੇ ਨਾਲ ਬਹੁਤ ਪਲੇਸਿਸ ਦੇ ਉੱਤੇ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ। ਬਹੁਤ ਪਲੇਸਿਸ ਦਾ ਮੀਨਿੰਗ ਕੀ ਹੈ ਵੀ ਜਿੱਥੋਂ ਉਹ ਜਾਂਦੇ ਨੇ, ਮਤਲਬ ਕਿ ਪਿੰਡ ਛੱਡ ਕੇ, ਪੇਂਡੂ ਏਰੀਆ ਛੱਡ ਕੇ, ਪੇਂਡੂ ਖੇਤਰ ਛੱਡ ਕੇ ਉੱਥੇ ਵੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਤੇ ਜਿੱਥੇ ਜਾਂਦੇ ਨੇ ਮੀਨਿੰਗ ਇਨ ਦਾ ਬਿਗ ਸਿਟੀਜ਼, ਉੱਥੇ ਵੀ ਦੇ ਕਾਜ਼ ਸੋ ਮੈਨੀ ਪ੍ਰੋਬਲਮਸ। ਤਾਂ ਉਸ ਪ੍ਰੋਬਲਮਸ ਦੇ ਨੂੰ ਅਸੀਂ ਡਿਸਕਸ ਕਰਾਂਗੇ ਕਿ ਕੀ ਕਾਰਨ ਹੈ। ਫਿਰ ਉਸਨੇ ਪੁੱਛਿਆ ਵੀ ਹੈ ਕਹਿੰਦਾ ਵਾਟ ਆਰ ਦਾ ਰੀਜ਼ਨਸ ਆਫ ਦਿਸ ਪ੍ਰੋਬਲਮ, ਇਹ ਜਿਹੜੀ ਪ੍ਰੋਬਲਮ ਹੈ ਇਹਦਾ ਕਾਰਨ ਕੀ ਹੈ, ਐਂਡ ਹਾਊ ਕੈਨ ਇਟ ਬੀ ਸੋਲਵਡ, ਤੇ ਇਸ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ ਹੈ, ਇਸ ਪ੍ਰੋਬਲਮ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ ਹੈ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਸਟੇਟਮੈਂਟ ਉਸ ਦੀ ਹੁੰਦੀ ਹੈ ਐਸੇ ਰਾਈਟਿੰਗ ਦੀ, ਉਸ ਨੂੰ ਸਮਝਣਾ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਅਸੀਂ ਚੰਗੀ ਤਰ੍ਹਾਂ ਨਾਲ ਦਿਮਾਗ ਦੇ ਵਿੱਚ ਉਸ ਨੂੰ ਬਿਠਾ ਕੇ ਕਿ ਹਾਊ ਟੂ ਰਿਸਪੌਂਡ, ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੈ, ਕਿਹੜੀਆਂ ਚੀਜ਼ਾਂ ਅਸੀਂ ਦੇਣੀਆਂ ਨੇ, ਐਗਜ਼ਾਮੀਨਰ ਸਾਡੇ ਤੋਂ ਕੀ ਐਕਸਪੈਕਟੇਸ਼ਨ ਕਰ ਰਿਹਾ ਹੈ, ਉਸ ਦਾ ਕਲੀਅਰ ਕੱਟ ਸਕੈਚ ਸਾਡੇ ਮਾਈਂਡ ਦੇ ਵਿੱਚ ਬਣਾ ਲੈਣਾ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਉਸ ਤੋਂ ਅਗਲਾ ਸਟੈਪ ਆਉਂਦਾ ਹੈ ਕਿ ਅਸੀਂ ਇੰਟਰੋਡਕਸ਼ਨ ਲਿਖੀਏ। ਤੁਹਾਨੂੰ ਪਤਾ ਹੀ ਹੈ ਕਿ 4 ਸਟੈਪ ਨੇ। ਪਹਿਲਾ ਇੰਟਰੋਡਕਸ਼ਨ ਹੁੰਦਾ ਹੈ, ਫਿਰ BP1 ਹੁੰਦਾ ਹੈ, ਫਿਰ BP2 ਹੁੰਦਾ ਹੈ, ਫਿਰ ਕਨਕਲੂਜਨ ਹੁੰਦਾ ਹੈ, ਤੇ ਉਸ ਤੋਂ ਬਾਅਦ ਜੋ ਹੈ ਅਸੀਂ ਇਹ ਵੀ ਖਿਆਲ ਰੱਖਣਾ ਹੁੰਦਾ ਹੈ ਕਿ 250 ਵਰਡਸ ਦੇ ਵਿੱਚ ਥੋੜਾ 5-7-10 ਵਰਡਸ ਉੱਪਰ ਹੋ ਜਾਣ, ਪਰ ਬਹੁਤ ਜ਼ਿਆਦਾ ਨਹੀਂ ਹੈ। ਇਹ ਨਹੀਂ ਹੈ ਕਿ 250 ਦੀ ਬਜਾਏ ਅਸੀਂ ਮਤਲਬ ਕਿ 300-300 ਵਰਡਸ ਲਿਖ ਦਈਏ, ਜਾਂ ਫਿਰ ਜੇਕਰ ਘੱਟ ਲਿਖੀਏ ਭਾਵ ਇਹ ਹੈ ਕਿ ਅਸੀਂ 240-230 230 ਵਰਡਸ ਲਿਖੀਏ ਤਾਂ ਦੈਟ ਕਾਸਟ ਅ ਵੈਰੀ ਨੈਗੇਟਿਵ ਇਫੈਕਟ ਔਨ ਦਾ ਐਗਜ਼ਾਮੀਨਰ। ਇਸ ਕਰਕੇ ਹਰੇਕ ਚੀਜ਼ ਦਾ ਧਿਆਨ ਰੱਖਣਾ ਹੁੰਦਾ ਹੈ। ਸੋ ਲੈਟ ਅਸ ਸਟਾਰਟ ਦ ਇੰਟਰੋਡਕਸ਼ਨ। ਤਾਂ ਇੰਟਰੋਡਕਸ਼ਨ ਦੇ ਵਿੱਚ ਪਹਿਲਾ ਜੋ ਜਨਰਲ ਸੈਂਟੈਂਸ ਮੈਂ ਲਿਖਿਆ ਹੈ ਉਹ ਇਸ ਤਰ੍ਹਾਂ ਹੈ ਕਿ ਇਟ ਇਜ਼ ਐਨ ਐਸਟੈਬਲਿਸ਼ਡ ਫੈਕਟ that a huge number of people throughout the world migrate from the countryside areas to the metropolitan cities, causing
न्यूमरस प्रॉब्लम एट बोथ द प्लेसेस। तो एक जनरल सेंटेंस है कि इट इज एन एस्टैब्लिश्ड फैक्ट, ये एक बिल्कुल सच्चाई है, स्थापित सच्चाई है कि बहुत सारे लोग पेंडू खेतर तो ਵੱਡੇ ਸ਼ਹਿਰਾਂ ਦੇ ਵਿੱਚ ਮੈਟਰੋਪੋਲੀਟਨ ਸਿਟੀਜ਼, ਬਿਗ ਸਿਟੀਜ਼, ਵੱਡੇ ਸ਼ਹਿਰਾਂ ਦੇ ਵਿੱਚ ਜਾਂਦੇ ਹਨ, causing numerous problem at both the places। ਬਹੁਤ ਦੋਵਾਂ ਥਾਵਾਂ ਤੇ मतलब कि जिथे वो जाते हैं उत्थे भी प्रॉब्लम्स क्रिएट कर देंगे ने, ते जिथों वो जाते हैं उस जगह के उत्ते भी प्रॉब्लम खड़ी हो जाती है। दिस ऐसे हुण असीं थीसिस ते आ गए, ये हुण थीसिस है। थीसिस का मतलब होता है कि हुण असीं दसना है कि मैं की करने जा रहा हाँ या जा रही हाँ, दैट हाउ आई एम टू प्रेजेंट दिस ऐसे। इहदे विच मैं लिखना की है, कहंदा दिस ऐसे विल आर्टिकुलेट द वेरियस रीजनस बिहाइंड इट। कहंदा इस ऐसे दे विच कारण दसे जाएंगे, इस दे पिछे कारण जो है वो एक्सप्रेस किए जाएंगे, एंड द मेजर्स ते वो उपचार टू एड्रेस दिस प्रॉब्लम, इस प्रॉब्लम नू हल करने दे वास्ते की उपचार किए जाएंगे, की ढंग तरीके अपनाए जाएंगे, ਉਹਦੇ ਬਾਰੇ ਮੈਂ ਲਿਖਾਂਗਾ ਜਾਂ ਲਿਖਾਂਗੀ इन द forthcoming paragraphs। ਆਉਣ ਵਾਲੇ forthcoming ਦਾ ਮਤਲਬ ਜੋ ਕਿ ਹੁਣ ਮੈਂ ਨੀਚੇ ਲਿਖਣ ਵਾਸਤੇ ਜਾ ਰਿਹਾ ਹਾਂ ਜਾਂ ਜਾ ਰਹੀ ਹਾਂ। ਇੱਥੇ ਇੱਕ ਵਰਡ ਆਇਆ ਹੈ ਆਰਟੀਕੂਲੇਟ। ਆਰਟੀਕੂਲੇਟ ਦਾ ਮਤਲਬ ਹੁੰਦਾ ਐਕਸਪ੍ਰੈਸ, वर्णन करना, और forthcoming जो वर्ड है इसका मीनिंग है कि आने वाले पैराग्राफ के विच, यानी कि BP1 एंड BP2 ਦੇ ਵਿੱਚ। नाउ लेट अस स्टार्ट BP1। तो BP1 ਦੇ ਵਿੱਚ ਅਸੀਂ ਇਸ ਤਰ੍ਹਾਂ ਲਿਖਾਂਗੇ टू कमेंस विद। ਇਸ ਨੂੰ कई तरीके ਨਾਲ लिखा जा सकता है, टू बिगिन विद, टू कमेंस विद, इन द बिगिनिंग एटसेट्रा, या इनिशियली एटसेट्रा। इतने मैंने क्या टू कमेंस विद। देयर आर मल्टीफेरियस कॉजेस व्हाई पीपल शिफ्ट टू बिग सिटीज फ्रॉम रूरल एरियाज। शुरू ਦੇ ਵਿੱਚ ਬਹੁਤ ਸਾਰੇ ਕਾਰਨ ਹਨ। ਮਲਟੀਫੇਰੀਅਸ ਮੀਨਸ बहुत सारे कारण हैं। वाई पीपल शिफ्ट टू बिग सिटीज, क्यों लोग बड़े शहरों के वाल जाते हैं, फ्रॉम रूरल एरियाज, पेंडू खेतरों तो क्यों बड़े शहरों वाल जाते हैं। फर्स्टली देयर इज द अवेलेबिलिटी ऑफ जॉब्स। पहला कारण है कि उन्होंने शहरों के विच जॉब्स की अवेलेबिलिटी ज़्यादा है, ज़्यादा जॉब्स उत्थे उपलब्ध हैं, एंड बिजनेस अपॉर्चुनिटीज से बिजनेस करने के भी मौके ज़्यादा होंगे हैं, क्योंकि पॉपुलेशन ज़्यादा है, इस करके बिजनेस करने के भी ज़्यादा चांस होंगे हैं। सैकेंडली हुण इत्थे कनैक्टर जिहड़ा है, इत्थे स्टार्टिंग दे विच फर्स्टली यूज़ कीता सी, हुण सैकेंडली कनैक्टर यूज़ किया गया है। सैकेंडली द सिटीज आर डेंसली पॉपुलेटेड। दूजी गल ये है कि शहरों के विच आबादी बहुत ज़्यादा होंदी है, एंड इक्विप्ड विद द बेस्ट इंफ्रास्ट्रक्चर फॉर गुड हेल्थ। ते शहरों के विच सेहत के वास्ते, चंगी सेहत के वास्ते बहुत वधिया साजो समान उपलब्ध होंदा है। इक्विप्ड का मतलब है कि वो उत्थे लग्या होंदा है, स्थापित होंदा है, विद बेस्ट इंफ्रास्ट्रक्चर, साजो समान। ये की आ जाता है कि चंगे हॉस्पिटल, चंगिया मशीनां, टेस्ट करने के वास्ते एटसेट्रा, सारिया चीज़ां जिहड़ियां ने वो आ जाती हैं चंगी सेहत के वास्ते, सैनिटेशन, चंगी सफाई एटसेट्रा। थर्डली इत्थे फिर कनैक्टर की वरतों की गई है। थर्डली द एजुकेशनल इंस्टीट्यूशनस। इस तीजी गल ये है कि सिक्ख्या के नाल संबंधित संस्थावां बोथ अकैडमिक एंड प्रोफैशनल दोवें ही तरह दी, यानी कि डिग्री कॉलेजेस ते प्रोफैशनल जिवें कि MBBS कॉलेजेस या इंजीनियरिंग कॉलेजेस या लॉयर्स बनने के वास्ते कॉलेजेस एटसेट्रा, लॉ कॉलेजेस अबाउंड इन द लार्ज सिटी। अबाउंड का मतलब है बहुत बड़ी गिनती के विच उपलब्ध होंदे हन वड्डे शहरां दे विच लैक इन द एग्रेरियन एरियाज, ਜਿਹੜੇ कि एग्रेरियन एरिया विच यानी कि पेंडू खेतर विच ਜਾਂ खेतीबाड़ी वाले खेतर ਦੇ ਵਿੱਚ ਜਿਨ੍ਹਾਂ ਦੀ ਕਿ ਕਮੀ ਹੁੰਦੀ ਹੈ। एग्रेरियन ਹੁੰਦਾ खेतीबाड़ी, ਤਾਂ खेतीबाड़ी वाले एरिया ਭਾਵ कि पेंडू एरिया ਦੇ ਵਿੱਚ ਜਿਨ੍ਹਾਂ ਦੀ ਕਿ ਕਮੀ ਹੋਇਆ ਕਰਦੀ ਹੈ। ਨੈਕਸਟ ਹੈ ਫਾਈਨਲੀ, ਤੇ ਅੰਤ ਦੇ ਵਿੱਚ ਲਾਸਟ ਕਾਰਨ ਇਹ ਹੈ ਮੇਰੇ ਮੁਤਾਬਕ, फाइनली द रिक्रिएशनल फैसिलिटीज लाइक सिनेमा हॉल्स, कि रिक्रिएशन जी है वो भी पार्ट ऑफ द लाइफ है, कि
ਜਦੋਂ ਆਦਮੀ ਆਪਣੇ ਰੂਟੀਨ ਵਰਕ ਤੋਂ ਥੋੜਾ ਉਕਤਾ ਜਾਂਦਾ ਹੈ ਜਾਂ ਅੱਕ ਜਾਂਦਾ ਹੈ, ਥੱਕ ਜਾਂਦਾ ਹੈ, ਤੇ ਉਸ ਨੂੰ ਰੀਕ੍ਰੀਏਸ਼ਨ ਦੀ ਜ਼ਰੂਰਤ ਵੀ ਹੁੰਦੀ ਹੈ। ਤੇ ਉਹ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਨੇ, ਉਹ ਜਿਵੇਂ ਕਿ ਸਿਨੇਮਾ ਹਾਲਸ, ਫਾਈਨਲੀ ਦਾ ਰੀਕ੍ਰੀਏਸ਼ਨਲ ਫੈਸਿਲਿਟੀਜ਼, ਕਿ ਮਨੋਰੰਜਨ ਦੀਆਂ ਫੈਸਿਲਿਟੀਜ਼ ਵੀ, ਜਿਵੇਂ ਕਿ ਸਿਨੇਮਾ ਹਾਲ, ਕੰਸਰਟਸ ਹੁੰਦੀਆਂ ਨੇ, ਕਿ ਮਹਿਫਲ, ਸੰਗੀਤ ਦੀ ਮਹਿਫਲ ਐਟਸੈਟਰਾ, ਐਂਡ ਸਟੇਡੀਅਮਸ, ਤੇ ਖੇਡਾਂ ਦੇ ਵਾਸਤੇ, ਮਨੋਰੰਜਨ ਦੇ ਵਾਸਤੇ, ਖੇਡਾਂ ਦੇ ਵਾਸਤੇ ਸਟੇਡੀਅਮ ਜੋ ਵੱਡੇ ਹੁੰਦੇ ਨੇ। ਆਲਸੋ ਲਿਓਰ ਮਾਸਿਸ, ਉਹ ਵੀ ਮਾਸਿਸ ਇੱਥੇ ਹੁਣ ਪੀਪਲ ਦੀ ਜਗ੍ਹਾ ਤੇ ਮੈਂ ਮਾਸਿਸ ਸ਼ਬਦ ਵਰਤਿਆ ਹੈ, ਕਿ ਉਹ ਵੀ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ। ਲਿਓਰ ਦਾ ਮਤਲਬ ਆਕਰਸ਼ਿਤ ਕਰਦੇ ਹਨ, ਖਿੱਚਦੇ ਹਨ ਆਪਣੇ ਵੱਲ। ਲਿਓਰ ਮਾਸਿਸ ਟੂ ਮਾਈਗ੍ਰੇਟ ਫਰੋਮ ਦਾ ਵਿਲੇजेस ਟੂ ਸਿਟੀਜ਼, ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਜਾਣ ਦੇ ਵਾਸਤੇ ਇਹ ਚੀਜ਼ਾਂ ਜੋ ਹਨ ਇਹ ਵੀ ਆਕਰਸ਼ਿਤ ਕਰਦੀਆਂ ਹਨ। ਕਿਹੜੀਆਂ ਚੀਜ਼ਾਂ? ਮੀਨਿੰਗ ਕਿ ਸਿਨੇਮਾ ਹਾਲਸ ਤੇ ਅਵੇਲੇਬਿਲਿਟੀ ਉਹਨਾਂ ਦੀ, ਕੰਸਰਟਸ ਕੇ ਮਹਿਫਲ ਦੇ ਪ੍ਰੋਗਰਾਮ ਜਿਹੜੇ ਹੈਗੇ ਨੇ ਉਹ ਅਰੇਂਜ ਕੀਤੇ ਜਾਂਦੇ ਨੇ ਵੱਡੇ ਸ਼ਹਿਰਾਂ ਦੇ ਵਿੱਚ ਐਂਡ ਸਟੇਡੀਅਮਸ, ਤੇ ਸਟੇਡੀਅਮ ਹੁੰਦੇ ਨੇ। ਔਰ ਇਸ ਕਰਕੇ ਵੀ ਲੋਕ ਖਿੱਚੇ ਤੁਰੇ ਜਾਂਦੇ ਹਨ ਵੱਡੇ ਸ਼ਹਿਰਾਂ ਵੱਲ ਪਿੰਡਾਂ ਤੋਂ। ਐਂਡ ਨੈਕਸਟ ਵੀ ਵਿਲ ਰਾਈਟ BP2। ਡੀਅਰ ਸਟੂਡੈਂਟਸ, BP2 ਤੇ ਪ੍ਰੋਸੀਡ ਕਰਨ ਤੋਂ ਪਹਿਲਾਂ देयर इज अ रिक्वेस्ट फ्रॉम माई पार्ट दैट यू शुड सब्सक्राइब माई चैनल एंड आल्सो लाइक दिस वीडियो। ਤਾਂ BP2 ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ BP2 ਤੇ ਹੁਣ ਅਸੀਂ ਜਾ ਰਹੇ ਹਾਂ, ਪਰ ਇਹ ਲਿਖਣ ਦੀ ਲੋੜ ਨਹੀਂ ਹੈ, ਇਹ ਸਿਰਫ ਮੈਂ ਤੁਹਾਨੂੰ ਸਮਝਾਉਣ ਦੇ ਵਾਸਤੇ ਲਿਖਿਆ ਹੈ ਕਿ ਹੁਣ BP2 ਸ਼ੁਰੂ ਹੋਣ ਵਾਲਾ ਹੈ। ਐਂਡ ਇਨ ਦਾ BP2 we will write the aforementioned reasons invite many hazards at the places from where the individual move and also at the spots where they ultimately settle। ਕਿ ਉੱਪਰ ਵਰਣਨ ਕੀਤੇ ਗਏ ਜੋ ਕਾਰਨ ਹਨ ਉਹਦੇ ਨਾਲ ਬਹੁਤ ਸਾਰੀਆਂ ਮੁਸ਼ਕਲਾਂ, ਬਹੁਤ ਸਾਰੀਆਂ ਮੁਸੀਬਤਾਂ ਖੜੀਆਂ ਹੋ ਜਾਂਦੀਆਂ ਹਨ ਉਹਨਾਂ ਥਾਵਾਂ ਤੇ ਜਿੱਥੋਂ ਉਹ ਸ਼ਿਫਟ ਹੁੰਦੇ ਹਨ, ਜਿੱਥੋਂ ਉਹ ਹਿਜਰਤ ਕਰਦੇ ਹਨ, ਭਾਵ ਕਿ ਛੱਡ ਕੇ ਜਾਂਦੇ ਹਨ, ਤੇ ਉਹ ਥਾਵਾਂ ਯਾਨੀ ਕਿ ਵੱਡੇ ਸ਼ਹਿਰ ਜਿੱਥੇ ਕਿ ਅਲਟੀਮੇਟਲੀ ਉਹ ਸੈਟਲ ਹੁੰਦੇ ਹਨ। The urban areas get profusely populated, causing multitude challenges of traffic jams, sanitation, accommodation, transportation, law and order difficulties also। ਤਾਂ ਉਹ ਜੋ ਸ਼ਹਿਰੀ ਖੇਤਰ ਹਨ ਉਹ ਬਹੁਤ ਜ਼ਿਆਦਾ ਵਸੋਂ ਉੱਥੇ ਹੋ ਜਾਂਦੀ ਹੈ, ਜਿਸ ਦੇ ਨਾਲ ਕਿ ਬਹੁਤ ਪ੍ਰਕਾਰ ਦੀਆਂ, ਮਲਟੀਟਿਊਡ ਮੀਨਸ ਮੈਨੀ, ਨਿਊਮਰਸ, ਬਹੁਤ ਸਾਰੀਆਂ ਪ੍ਰੋਬਲਮ ਖੜੀਆਂ ਹੋ ਜਾਂਦੀਆਂ ਹਨ, ਚੈਲੰਜਸ ਖੜੇ ਹੋ ਜਾਂਦੇ ਹਨ, ਮੁਸੀਬਤਾਂ ਖੜੀਆਂ ਹੋ ਜਾਂਦੀਆਂ ਹਨ। ਇਹਦੇ ਨਾਲ ਸੰਬੰਧਿਤ ਟ੍ਰੈਫਿਕ ਜਾਮਸ ਬਹੁਤ ਲੱਗ ਜਾਂਦੇ ਨੇ, ਸੈਨੀਟੇਸ਼ਨ, ਸਫਾਈ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ, ਅਕੋਮੋਡੇਸ਼ਨ, ਰਹਿਣ ਦੀ ਜਗ੍ਹਾ ਦੀ ਘਾਟ ਹੋ ਜਾਂਦੀ ਹੈ, ਟਰਾਂਸਪੋਰਟੇਸ਼ਨ, ਆਵਾਜਾਈ ਦੇ ਸਾਧਨਾਂ ਦੀ ਕਈ ਵਾਰੀ ਸ਼ਾਰਟੇਜ ਆ ਜਾਂਦੀ ਹੈ, ਉੱਥੇ ਓਵਰ ਭੀੜ ਕਰਾਊਡਡ ਹੋ ਜਾਂਦੇ ਨੇ। ਲਾਅ ਐਂਡ ਆਰਡਰ ਦੀ ਸਮੱਸਿਆ ਵੀ ਖੜੀ ਹੋ ਜਾਂਦੀ ਹੈ, ਕਿਉਂਕਿ ਜਿੱਥੇ ਜ਼ਿਆਦਾ ਲੋਕ ਰਹਿੰਦੇ ਹੋਣਗੇ ਉੱਥੇ ਕ੍ਰਿਮੀਨਲ ਕੇਸਿਸ ਦੀ ਵੀ ਗਿਣਤੀ ਵੱਧ ਜਾਂਦੀ ਹੈ। ਤਾਂ ਇਹ ਮੁਸੀਬਤਾਂ, ਇਹ ਮੁਸ਼ਕਲਾਂ ਉੱਥੇ ਖੜੀਆਂ ਹੋ ਜਾਂਦੀਆਂ ਹਨ। ਟੂ ਫਾਈਂਡ ਅ ਸੋਲੂਸ਼ਨ, ਹੁਣ ਅਸੀਂ ਸੋਲੂਸ਼ਨ ਵੱਲ ਆਉਂਦੇ ਹਾਂ ਕਿ ਇਹਦਾ ਜੇਕਰ ਪ੍ਰੋਬਲਮ ਹੈ ਤੇ ਉਹਦਾ ਸੋਲੂਸ਼ਨ ਵੀ ਨੈਚੁਰਲੀ ਹੋਏਗਾ ਹੀ ਹੋਏਗਾ। ਸੋ ਟੂ ਫਾਈਂਡ ਅ ਸੋਲੂਸ਼ਨ ਟੂ ਥੀਸ ਕੰਪਲਿਕੇਸ਼ਨਸ, ਇਹ ਜੋ ਮੁਸੀਬਤਾਂ ਹਨ, ਮੁਸ਼ਕਲਾਂ ਹਨ, ਇਹਦਾ ਮੁਸ਼ਕਲਾਂ ਦਾ ਹੱਲ ਲੱਭਣ ਦੇ ਵਾਸਤੇ ਦ ਗਵਰਨਮੈਂਟ ਆਫ ਦ ਕੰਸਰਨਡ ਕੰਟਰੀ, ਕਿ ਉਸ ਦੇਸ਼ ਦੇ ਜਿਸ ਨਾਲ ਸੰਬੰਧਿਤ ਇਹ ਸਮੱਸਿਆ ਹੈ, ਉਸ ਦੇਸ਼ ਦੀ ਸਰਕਾਰ ਨੂੰ ਕੀ ਚਾਹੀਦਾ ਹੈ? ਦ ਕੰਟਰੀ ਸ਼ੁੱਡ ਇੰਪਰੂਵ ਦ ਇਨਫਰਾਸਟ੍ਰਕਚਰ, ਕਿ ਉਸ ਦਾ ਸਾਜੋ ਸਮਾਨ ਉਹਨਾਂ ਨੂੰ ਇੰਪਰੂਵ ਕਰਨਾ ਚਾਹੀਦਾ ਹੈ, ਉਸ ਦੇ ਵਿੱਚ ਬਹੁਤ ਹੀ ਤਬਦੀਲੀ ਲਿਆਉਣੀ ਚਾਹੀਦੀ ਹੈ, ਸੁਧਾਰ ਲਿਆਉਣਾ ਚਾਹੀਦਾ ਹੈ। ਇਨ ਦ ਰਿਮੋਟ ਏਰੀਆਸ ਮਤਲਬ ਕਿ ਪਿੰਡ ਦੂਰ ਦਰਾਡੇ ਜਿਹੜੇ ਕਿ ਵਸੇ ਹੁੰਦੇ ਨੇ, ਸੋ ਦੈਟ the dwellers of that particular region, ਤਾਂ ਜੋ ਉਸ ਖਾਸ ਖਿੱਤੇ ਦੇ ਲੋਕ ਜੋ ਉੱਥੇ ਰਹਿੰਦੇ ਹਨ, ਡਵੈਲਰਸ ਦਾ ਮਤਲਬ ਕਿ ਇਨਹੈਬੀਟੈਂਟਸ, ਜੋ ਕਿ ਲੋਕ ਰਹਿੰਦੇ ਹਨ, may also avail the chances of a happy and balanced life, ਤਾਂ ਜੋ ਉਸ ਖਿੱਤੇ ਦੇ ਲੋਕ ਵੀ ਇੱਕ ਬਹੁਤ ਖੁਸ਼ੀ ਭਰੀ ਅਤੇ ਇੱਕ ਸੰਤੁਲਿਤ ਜ਼ਿੰਦਗੀ ਦੇ ਚਾਂਸ ਅਵੇਲ ਕਰ ਸਕਣ। Moreover, big factories
should be installed there। ਇਸ ਤੋਂ ਇਲਾਵਾ moreover ਇਸ ਦੇ ਐਡੀਸ਼ਨ ਦੇ ਵਿੱਚ ਇਹ ਕਨੈਕਟਰ ਯੂਜ਼ ਕੀਤਾ ਗਿਆ ਹੈ। moreover ਇਸ ਦੇ ਨਾਲ ਹੀ big factories should be installed there। ਉੱਥੇ ਵੱਡੇ ਵੱਡੇ ਕਾਰਖਾਨੇ ਲਗਾਏ ਜਾਣੇ ਚਾਹੀਦੇ ਹਨ, ਸਥਾਪਿਤ ਕੀਤੇ ਜਾਣੇ ਚਾਹੀਦੇ ਹਨ। ਕਾਹਦੇ ਵਾਸਤੇ? to provide them the employment, ਤਾਂ ਕਿ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ, for livelihood, ਉਹਨਾਂ ਦੀ ਰੋਜ਼ੀ ਰੋਟੀ ਦੇ ਵਾਸਤੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ। the basic amenities, basic amenities ਹੁੰਦੀਆਂ ਨੇ ਮੁੱਢਲੀਆਂ ਵਿਵਸਥਾਵਾਂ, ਜਿਵੇਂ ਕਿ ਪੋਰਟੇਬਲ ਵਾਟਰ ਹੈ ਜਾਂ ਅੱਛਾ ਭੋਜਨ ਹੈ, ਸਾਫ ਸੁਥਰਾ ਭੋਜਨ, ਰਹਿਣ ਸਹਿਣ ਦੀਆਂ ਸੁਵਿਧਾਵਾਂ ਐਟਸੈਟਰਾ। all these basic amenities should be given the top priority at these landscapes। ਤਾਂ ਇਹਨਾਂ ਖਿੱਤਿਆਂ ਦੇ ਵਿੱਚ, ਇਹਨਾਂ ਖੇਤਰਾਂ ਦੇ ਵਿੱਚ ਜੋ ਬੇਸਿਕ ਅਮੈਨਿਟੀਜ਼ ਨੇ, ਮੁੱਢਲੀਆਂ ਸਹੂਲਤਾਂ ਨੇ, ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਣੀ ਚਾਹੀਦੀ ਹੈ, ਉਹਨਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਭਾਵ ਕੀ ਹੈ ਕਿ ਜੇਕਰ ਉਹਨਾਂ ਨੂੰ ਉੱਥੇ ਪਹਿਲ ਮਿਲੇਗੀ, ਉੱਥੇ ਉਹਨਾਂ ਨੂੰ ਇੰਪਲਾਇਮੈਂਟ ਦੇ ਚਾਂਸਸ ਵੀ ਐਜੂਕੇਸ਼ਨ ਇੰਸਟੀਟਿਊਸ਼ਨ ਵੀ ਅੱਛੇ ਮਿਲਣਗੀਆਂ ਅਤੇ ਅੱਛੇ ਇਨਫਰਾਸਟਰਕਚਰ ਜਿਵੇਂ ਕਿ ਹੈਲਥ ਦੀਆਂ ਹੌਸਪੀਟਲ ਅੱਛੇ ਮਿਲਣਗੇ, ਤਾਂ ਫਿਰ ਉਹਨਾਂ ਨੂੰ ਕੀ ਲੋੜ ਹੈ ਕਿ ਉਹ ਸ਼ਹਿਰਾਂ ਵੱਲ ਨੂੰ ਦੌੜਨਗੇ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਦੇ ਨਾਲ ਬੇਸਿਕ ਅਮੈਨਿਟੀਜ਼ ਨੂੰ ਇੰਪਰੂਵ ਕਰਕੇ ਇਹਦੇ 'ਤੇ ਪ੍ਰਾਇਓਰਟੀ ਦੇਣੀ ਚਾਹੀਦੀ ਹੈ, ਪਹਿਲ ਦੇਣੀ ਚਾਹੀਦੀ ਹੈ। ਇਹੋ ਜਿਹੇ ਸਥਾਨ ਜੋ ਕਿ ਦੂਰ ਦਰਾਡੇ ਹਨ, ਭਾਵ ਕੀ ਕਿ ਪੇਂਡੂ ਏਰੀਆਸ ਹਨ, ਪੇਂਡੂ ਖੇਤਰ ਹਨ। ਹੁਣ ਉਸ ਤੋਂ ਬਾਅਦ ਇਹ BB2 ਹੋ ਗਿਆ। ਫਿਰ ਹੁਣ ਅਸੀਂ ਕਨਕਲੂਜਨ ਦੇ ਉੱਤੇ ਜਾਣਾ ਹੈ। ਇੱਥੇ ਮੈਂ ਸਿਰਫ ਸਿੰਪਲ ਲਿਖਿਆ ਹੈ ਕਨਕਲੂਜਨ CON, ਪਰ ਲਿਖਣ ਦੀ ਲੋੜ ਨਹੀਂ ਹੁੰਦੀ ਨਾ, ਇਹ BB2 ਇੱਥੇ ਲਿਖਣ ਦੀ ਲੋੜ ਹੁੰਦੀ ਹੈ ਸਮਝਾਉਣ ਦੇ ਵਾਸਤੇ। ਓਨਲੀ ਆਈ ਹੈਵ ਰਿਟਨ ਹੇਅਰ ਟੂ ਮੇਕ ਯੂ ਅੰਡਰਸਟੈਂਡ। ਤਾਂ ਲਾਸਟ ਵਿੱਚ ਹੁਣ ਕਨਕਲੂਜਨ ਕਿਵੇਂ ਕਰਾਂਗੇ? ਕਹਿੰਦੇ ਟੇਕਿੰਗ ਆਲ ਦਾ ਅਫੋਰਸੈਡ ਸਟੈਪਸ। ਇਹ ਅਸੀਂ ਅਫੋਰਮੈਂਸ਼ਨਡ ਸ਼ਬਦ ਯੂਜ਼ ਕੀਤਾ ਸੀ। ਹੁਣ ਅਸੀਂ ਅਫੋਰਸੈਡ ਮੀਨਿੰਗ ਜਦੋਂ ਕਿ ਦੋਵਾਂ ਦਾ ਲਗਭਗ ਸੇਮ ਹੀ ਹੈ ਕਿ ਤੁਹਾਨੂੰ ਦੱਸਿਆ ਸਿੰਨਿਮਸ ਸ਼ੁੱਡ ਬੀ ਯੂਜ਼ਡ। ਤਾਂ ਟੇਕਿੰਗ ਆਲ ਦਾ ਅਫੋਰਸੈਡ ਸਟੈਪਸ ਕਿ ਉੱਪਰ ਕਹੇ ਹੋਏ ਸਾਰੇ ਸਟੈਪ ਮੈਂਸ਼ਨ ਕੀਤੇ ਹੋਏ ਜੋ ਸਟੈਪਸ ਹਨ, ਉਪਚਾਰ ਹਨ, ਇਨਟੂ ਕੰਸੀਡਰੇਸ਼ਨ, ਇਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਪ੍ਰੈਕਟੀਕਲੀ, ਇਹ ਨਹੀਂ ਹੈ ਗੱਲਾਂ ਬਾਤਾਂ ਦੇ ਨਾਲ ਨਹੀਂ, ਕਾਗਜ਼ਾਂ ਦੇ ਵਿੱਚ ਨਹੀਂ, ਪ੍ਰੈਕਟੀਕਲੀ ਉਹਨਾਂ ਨੂੰ ਅਪਲਾਈ ਕਰਕੇ ਦਾ ਟ੍ਰੈਂਡ ਆਫ ਰਨਿੰਗ ਟੁਆਰਡਸ ਦ ਸਿਟੀਜ਼ ਫਾਰ ਬੈਟਰ ਲਾਈਫ ਵੁੱਡ ਹਾਰਟ, ਕਿ ਲੋਕਾਂ ਦਾ ਚੰਗੀ ਜ਼ਿੰਦਗੀ ਬਤੀਤ ਕਰਨ ਦੇ ਵਾਸਤੇ ਸ਼ਹਿਰਾਂ ਵੱਲ ਨੂੰ ਦੌੜਨ ਦਾ ਜੋ ਰੁਝਾਨ ਹੈ, ਉਸ ਨੂੰ ਬ੍ਰੇਕਾਂ ਲੱਗ ਜਾਣਗੀਆਂ, ਉਸ ਨੂੰ ਕੁਝ ਠਹਿਰਾਅ ਮਿਲ ਜਾਏਗਾ। ਵੁੱਡ ਹਾਲਟ, ਉਹ ਰੁਕ ਜਾਏਗਾ। ਕੰਸੀਕੁਐਂਟਲੀ, ਇਹਦੇ ਨਤੀਜੇ ਵਜੋਂ ਇੱਥੇ ਇੱਕ ਹੋਰ ਜੋ ਅਸੀਂ ਕਨੈਕਟਰ ਯੂਜ਼ ਕੀਤਾ ਹੈ, ਕੰਸੀਕੁਐਂਟਲੀ ਇਟ ਵੁੱਡ ਅਪਲਾਈ ਬ੍ਰੇਕਸ, ਇਹਦੇ ਨਤੀਜੇ ਵਜੋਂ ਬ੍ਰੇਕਾਂ ਲੱਗ ਜਾਣਗੀਆਂ। ਕਿਸ ਚੀਜ਼ ਨੂੰ? ਬ੍ਰੇਕਸ ਟੂ ਮੈਨੀ ਵਰੀਸਮ ਇਸ਼ੂਜ਼, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ, ਬਹੁਤ ਸਾਰੇ ਇਹੋ ਜਿਹੇ ਇਸ਼ੂ ਜਿਹੜੇ ਕਿ ਚਿੰਤਾਜਨਕ ਹੁੰਦੇ ਨੇ, ਜਿਹੜੇ ਕਿ ਕਾਜ਼ ਆਫ ਕੰਸਰਨ ਹੁੰਦੇ ਨੇ, ਚਿੰਤਾ ਦਾ ਵਿਸ਼ਾ ਹੁੰਦੇ ਨੇ, ਉਹਨਾਂ ਨੂੰ ਬ੍ਰੇਕਾਂ ਲੱਗ ਜਾਣਗੀਆਂ। ਐਟ ਬੋਥ ਦਾ ਪਲੇਸਿਸ ਦੈਟ ਇਜ਼ ਬਿਗ ਸਿਟੀਜ਼, ਦੋਵੇਂ ਥਾਵਾਂ 'ਤੇ ਕਿਹੜੀਆਂ ਕਿ ਉਹ ਬਿਗ ਸਿਟੀਜ਼ ਜਿੱਧਰ ਨੂੰ ਕਿ ਉਹ ਦੌੜ ਰਹੇ ਹੁੰਦੇ ਨੇ, ਐਂਡ ਰੂਰਲ ਏਰੀਆਜ਼, ਤੇ ਉਹ ਖੇਤਰ ਜਿੱਥੋਂ ਕਿ ਉਹ ਮਾਈਗ੍ਰੇਟ ਕਰ ਰਹੇ ਹੁੰਦੇ ਹਨ। ਤਾਂ ਇਸ ਪ੍ਰਕਾਰ ਜੋ ਹੈ ਅਸੀਂ ਇਫੈਕਟਿਵ ਐਸੇ ਲਿਖ ਕੇ ਤੇ 7 ਬੈਂਡਸ ਪ੍ਰਾਪਤ ਕਰ ਸਕਦੇ ਹਾਂ। ਸੋ ਅਗੇਨ ਇਨ ਦ ਐਂਡ ਦੇਅਰ ਇਜ਼ ਅ ਰਿਕੁਐਸਟ ਫਰਮ ਮਾਈ ਪਾਰਟ that you should subscribe my channel, like this video and also share this video with your near and dear ones. Thank you very much all of you.